ਮਨਪ੍ਰੀਤ ਰਤੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੋ ਕਹਾਣੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗੀ ਹਾਂ ਉਹ ਉਸ ਜਗ੍ਹਾ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਬਿਨਾਂ ਸੰਸਾਰ ਦੇ ਕਿਸੇ ਜੀਵ ਦਾ ਕੋਈ ਵਜੂਦ ਨਹੀਂ ਹੈ। ਸਾਡੀ ਜ਼ਿੰਦਗੀ ਉੱਥੋਂ ਸ਼ੁਰੂ ਹੋ ਕੇ ਅੰਤ ਵੀ ਉੱਥੇ ਹੀ ਹੁੰਦਾ ਹੈ ਤੇ ਉਸ ਜਗ੍ਹਾ ਦਾ ਨਾਮ ਹੈ ਘਰ। ਔਰ ਇਸ ਕਹਾਣੀ ਦਾ ਨਾਮ ਵੀ ਹੈ ਘਰ, ਜਿਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਲਿਖਿਆ ਹੈ ਸਿਮਰਨ ਧਾਲੀਵਾਲ ਜੀ ਨੇ। ਤੇ ਆਓ ਅੱਜ ਪੜ੍ਹਦੇ ਹਾਂ। ਮੈਨੂੰ ਤੀਜਾ ਦਿਨ ਹੈ ਘਰ ਪਹੁੰਚੇ ਨੂੰ। 3 ਦਿਨਾਂ 'ਚ ਬਾਪੂ ਕਈ ਵਾਰ ਫਿਸ ਚੁੱਕਿਆ। ਜ਼ਰਾ ਜਿੰਨੀ ਕੋਈ ਗੱਲ ਛਿੜਦੀ ਉਹ ਗਲਾ ਭਰ ਆਉਂਦਾ। ਬਾਪੂ ਦੀਆਂ ਅੱਖਾਂ ਵਿੱਚ ਆਏ ਹੰਝੂ ਮੈਨੂੰ ਬਹੁਤ ਅਜੀਬ ਲੱਗਦੇ ਨੇ। ਮੇਰਾ ਦਿਲ ਕਰਦਾ ਬਾਪੂ ਨੂੰ ਕਹਾਂ ਹੁਣ ਬੱਸ ਵੀ ਕਰ ਐਵੇਂ, ਪਰ ਪਖੰਡ ਸ਼ਬਦ ਵਰਤਣਾ ਮੈਨੂੰ ਔਖਾ ਲੱਗਦਾ। ਹਰ ਵਾਰ ਮੇਰੀਆਂ ਅੱਖਾਂ ਅੱਗੇ 4 ਸਾਲ ਪਹਿਲਾਂ ਵਾਲਾ ਬਾਪੂ ਆਣ ਖੜਦਾ ਤੇ ਮੇਰੇ ਜ਼ਿਹਨ ਵਿੱਚ 20 ਸਾਲ ਤੋਂ ਵਸੀ ਤਸਵੀਰ ਸਾਹਮਣੇ ਹੰਝੂ ਕੇਰਦਾ ਬਾਪੂ ਮੈਨੂੰ ਕੋਈ ਹੋਰ ਹੀ ਜਾਪਣ ਲੱਗਦਾ। ਮੈਂ ਸੋਚਦਾ ਉਹ ਇੰਜ ਕਿਵੇਂ ਬਦਲ ਸਕਦਾ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਮੈਨੂੰ ਮੇਰੇ ਘਰੋਂ ਤੁਰਨ ਵੇਲੇ ਲੱਗਿਆ ਸੀ। ਬੇਬੇ ਕੋਲੋਂ ਆਪਣੇ ਹੰਝੂ ਨਹੀਂ ਸੀ ਰੁਕ ਰਹੇ। ਰੋਟੀ ਜੋਗਾ ਕੀ ਨਹੀਂ ਹੈਗਾ ਆਪਣੇ ਕੋਲ। ਉਹ ਕਈ ਦਿਨ ਕਲਪਦੀ ਰਹੀ ਸੀ, ਪਰ ਬਾਪੂ ਇੰਨੀ ਗੱਲ ਸੁਣਦਿਆਂ ਭੜਕ ਪੈਂਦਾ। ਤੇਰੇ ਵੱਸ ਹੋਵੇ ਨਾ, ਸੋਹੀਆਂ ਦੀ ਝੰਡੀ ਕਰਨੀ ਹੈ ਪਿੰਡ 'ਚ। ਲੰਡੀ ਬੁੱਚੀ ਨਹੀਂ ਮੈਂ ਕੋਈ, ਇਹਨੂੰ ਬਸ ਰੋਟੀ ਦਿਸਦੀ। ਸੇਠੀ ਏਜੰਟ ਨਾਲ ਕਿਸੇ ਵੀ ਤਰ੍ਹਾਂ ਵਾਧਾ ਘਾਟਾ ਕਰਕੇ ਬਾਪੂ ਨੇ ਮੈਨੂੰ ਆਸਟ੍ਰੇਲੀਆ ਤੋਰ ਦਿੱਤਾ। ਘਰੋਂ ਤੁਰਨ ਵੇਲੇ ਮੈਂ ਬੇਬੇ ਨੂੰ ਚਿੰਬੜ ਕੇ ਕਿੰਨੀ ਹੀ ਦੇਰ ਤੱਕ ਰੋਂਦਾ ਰਿਹਾ। ਗੱਡੀ 'ਚ ਬੈਠਣ ਵੇਲੇ ਝੁੱਕ ਕੇ ਬਾਪੂ ਦੇ ਪੈਰੀ ਹੱਥ ਲਾਉਣ ਲੱਗਾ ਤਾਂ ਉਹਨੇ ਮੇਰਾ ਹੱਥ ਫੜ ਕੇ ਅੱਖਾਂ ਵਿੱਚ ਝਾਕਦੇ ਹੋਏ ਕਿਹਾ ਸੀ, ਬੁੜੀਆਂ ਵਾਂਗੂ ਡੁਸਕੇ ਨਾ ਲਾਈ ਜਾਈ ਹੁਣ ਉੱਥੇ ਜਾ ਕੇ, ਰੁੱਗ ਰੁਪਿਆਂ ਦਾ ਲੱਗਿਆ, ਚੇਤਾ ਰੱਖੀ। ਏਅਰਪੋਰਟ ਤੱਕ ਜਾਂਦਿਆਂ ਮੈਂ ਬਾਪੂ ਦੇ ਇਸੇ ਗੱਲ ਬਾਰੇ ਸੋਚਦਾ ਰਿਹਾ ਸੀ। ਕਾਸ਼ ਬਾਪੂ ਨੇ ਕਿਹਾ ਹੁੰਦਾ, ਭੋਲਿਆ ਆਪਣਾ ਖਿਆਲ ਰੱਖੀ, ਖਾਣ ਪੀਣ ਤੋਂ ਘੋਲ ਨਾ ਕਰੀ, ਕਮਾਈਆਂ ਨਾਲ ਵੀ ਰੱਜਿਆ ਕਦੇ ਬੰਦਾ। ਪਰ ਮੈਂ ਜਾਣਦਾ ਸੀ ਬਾਪੂ ਤਾਂ ਇੰਜ ਦਾ ਕਦੇ ਵੀ ਨਹੀਂ ਸੀ। ਫਿਰ ਉਹ ਜਿਸ ਨੂੰ ਮੈਂ 3 ਦਿਨਾਂ ਤੋਂ ਦੇਖ ਰਿਹਾ, ਬਾਪੂ ਦਾ ਇਹ ਰੂਪ ਮੇਰੀ ਸਮਝੋਂ ਬਾਹਰ ਸੀ। ਇਹਨਾਂ 3 ਦਿਨਾਂ 'ਚ ਬਾਪੂ ਦੇ ਕਈ ਰੂਪ ਮੇਰੇ ਸਾਹਮਣੇ ਉੱਭਰੇ। ਹਰ ਰੂਪ ਵਿੱਚ ਮੈਨੂੰ ਉਹ ਪਹਿਲਾਂ ਨਾਲੋਂ ਵੀ ਵੱਧ ਅਜੀਬ ਲੱਗਿਆ। ਮੈਂ ਇੰਨੇ ਸਾਲਾਂ ਤੋਂ ਉਹਦੇ ਇਹਨਾਂ ਰੂਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸਦਾ ਕੋਈ ਵੀ ਰੂਪ ਮੇਰੀ ਕਦੇ ਸਮਝ ਨਹੀਂ ਸੀ ਆਇਆ। ਤੇ ਉਸਨੂੰ ਇੰਜ ਹੰਝੂ ਕੇਰਦਿਆਂ ਦੇਖ ਕੇ ਇੱਕ ਪਲ ਲਈ ਮੇਰਾ ਮਨ ਬਾਪੂ ਲਈ ਤਰਸ ਨਾਲ ਭਰ ਜਾਂਦਾ, ਪਰ ਉਸੇ ਪਲ ਬਾਪੂ ਕਿਸੇ ਹੋਰ ਰੂਪ ਵਿੱਚ ਮੇਰੀਆਂ ਅੱਖਾਂ ਅੱਗੇ ਆਣ ਖੜਦਾ। ਤੂੰ ਤਾਂ ਮੇਰੇ ਜੋਗੀ ਰੱਖੀ ਸੀ ਘਾਟੇ ਦਾ ਘਰ। ਕਦੀ ਕਿਹਾ ਵੀ ਹੈ ਤੂੰ ਕਿ ਠੀਕ ਆ ਮੈਂ? ਚੱਤੋ ਪੈਰ ਕੁਝ ਨਾ ਕੁਝ ਦੁਖਦਾ ਹੀ ਰਹਿੰਦਾ ਤੇਰਾ। ਮੱਲੇ ਕੋਲੋਂ ਦਾਰੂ ਲਿਆ ਕੇ ਪਾ ਲੈ। ਮੈਂ ਪਹਿਲੀ ਤਨਖਾਹ 'ਚੋਂ ਖਰਚੇ ਜੋਗੇ ਪੈਸੇ ਰੱਖ ਕੇ ਬਾਕੀ ਸਾਰੇ ਬਾਪੂ ਨੂੰ ਭੇਜ ਦਿੱਤੇ ਸੀ, ਪਰ ਬਾਪੂ ਬੇਬੇ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣ ਲਈ ਨਹੀਂ ਸੀ ਮੰਨਿਆ। ਜੀਆਂ ਨਾਲੋਂ ਪੈਸਾ ਤਾਂ ਨਹੀਂ ਚੰਗਾ, ਚੜ੍ਹੇ ਮਹੀਨੇ ਇੰਨੇ ਹੀ ਹੋਰ ਪਾ ਦੂੰ। ਪਰ ਮੇਰੀ ਗੱਲ ਪੂਰੀ ਨਹੀਂ ਸੀ ਹੋਈ। ਮੈਨੂੰ ਲੱਗਿਆ ਜੇ ਕਿਤੇ ਮੈਂ ਫੋਨ ਦੀ ਥਾਂ ਸਾਹਮਣੇ ਹੁੰਦਾ, ਬਾਪੂ ਮੇਰੇ ਮੂੰਹ 'ਤੇ ਤਾੜ ਕਰਦਾ ਥੱਪੜ ਮਾਰਦਾ। ਸਾਲਿਆ ਜੰਮ ਮੁੱਕਿਆ ਨਹੀਂ, ਬਾਪੂ ਨੂੰ ਮੱਤਾ ਦਿੰਨਾ। ਅੰਨੀ ਤਾਂ ਨਹੀਂ ਹੋ ਗਈ ਉਹ, ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ। ਬਾਪੂ ਨੇ ਫੋਨ ਕੱਟ ਦਿੱਤਾ ਸੀ। ਮੇਰੇ ਸਾਹਮਣੇ ਬੇਬੇ ਖੜੀ ਸੀ, ਲਾਚਾਰ ਜਿਹੀ, ਹਰ ਚੀਜ਼ ਨੂੰ ਤਰਸਦੀ। ਅਸੀਂ ਦੋਵੇਂ ਭੈਣ ਭਰਾ ਸਕੂਲ ਪੜ੍ਹਦੇ ਸੀ। ਬੇਬੇ ਜਦ ਵੀ ਕੁਝ ਖਰੀਦਦੀ ਬਾਪੂ ਤੋਂ ਪਰਦਾ ਰੱਖਦੀ। ਵੀ ਨਿੱਕਿਆ ਤੇਰੀ ਜ਼ੁਬਾਨ ਨਹੀਂ ਖਲੋਂਦੀ ਹੁੰਦੀ, ਐਵੇਂ ਨਾ ਆਪਣੇ ਬਾਪੂ ਕੋਲੇ। ਤੇ ਬਾਪੂ ਅੱਗੇ ਚੁੱਪ ਰਹਿੰਦਾ ਰਹਿੰਦਾ ਮੈਂ ਵੱਡਾ ਹੋ ਕੇ ਵੀ ਬਾਪੂ ਕੋਲੋਂ ਦੂਰ ਹੋ ਗਿਆ ਸੀ। ਅਸੀਂ ਆਪਸ ਵਿੱਚ ਮੁੱਲ ਦਾ ਹੀ ਬੋਲਦੇ। ਮੇਰੀ ਮਾਸੀ ਬਾਪੂ ਦੇ ਕਲੇਸ਼ ਦੀਆਂ ਗੱਲਾਂ ਕਰਿਆ ਕਰਦੀ ਸੀ, ਪਰ ਬਾਪੂ ਤੇ ਔਲਾਦ ਦੇ ਵੱਡੇ ਹੋਣ ਦਾ ਕੋਈ ਵੀ ਅਸਰ ਨਹੀਂ ਸੀ। ਹੁਣ ਤਾਂ ਧੀ ਵੀ ਵਿਆਹੀ ਗਈ, ਖਬਰੇ ਹੋਣੀ
ਬੇਬੇ ਨੂੰ ਬਾਪੂ ਦੇ ਸੁਭਾਅ ਦੇ ਬਦਲ ਜਾਣ ਦੀ ਉਮੀਦ ਸੀ, ਪਰ ਬਾਪੂ ਤਾਂ ਸ਼ਾਮ ਨੂੰ 2-3 ਜਣੇ ਦਰਵਾਜ਼ੇ ਨਾਲ ਦੀ ਬੈਠਕ ਵਿੱਚ ਬੈਠੇ ਹੁੰਦੇ। ਬੇਬੇ ਸਾਨੂੰ ਰੋਟੀ ਖਵਾ ਕੇ ਚੁੱਲ੍ਹੇ ਅੱਗੇ ਬੈਠੀ ਬਾਪੂ ਦੀ ਰੋਟੀ ਦੇ ਖਾਣ ਦੀ ਉਡੀਕ ਕਰਦੀ ਰਹਿੰਦੀ। ਸਿਆਲ ਦੀ ਰੁੱਤੇ ਲੋਕ ਅੱਧੀ ਨੀਂਦ ਪੂਰੀ ਕਰ ਲੈਂਦੇ ਜਦ ਬੇਬੇ ਬਾਪੂ ਤੇ ਉਹਦੇ ਬੇਲੀਆਂ ਲਈ ਰੋਟੀ ਪਕਾਉਂਦੀ। ਜਦ ਬਾਪੂ ਘਰ ਹੁੰਦਾ ਅਸੀਂ ਦੋਨੋਂ ਭੈਣ ਭਰਾ ਉੱਚੀ ਸਾਹ ਨਾਲ ਲੈਂਦੇ। ਜਦ ਕਦੀ ਬਾਪੂ ਬੇਬੇ ਨਾਲ ਝਗੜਨ ਲੱਗਦਾ ਅਸੀਂ ਦੋਨੋਂ ਜਾਣੇ ਅੰਦਰ ਵੜ ਕੇ ਰੋਣ ਲੱਗਦੇ। ਬਾਪੂ ਰੋਟੀ ਵਾਲੀ ਥਾਲੀ ਦੂਰ ਵਗਾ ਕੇ ਮਾਰਦਾ ਤੇ ਬੇਬੇ ਨੂੰ ਵਾਲਾਂ ਤੋਂ ਫੜ ਲੈਂਦਾ। ਸਾਲੀ ਗੰਦੇ ਖਾਨਦਾਨ ਦੀ। ਬੰਦੇ ਨੇ ਇੱਕ ਰੋਟੀ ਖਾਣੀ ਹੁੰਦੀ ਸਾਰੀ ਦਿਹਾੜੀ ਖੱਪ ਕੇ, ਉਹ ਵੀ ਨਹੀਂ ਜੁੜਦੀ ਚੱਜ ਨਾਲ। ਤਵੇ ਤੇ ਪਈ ਰੋਟੀ ਮੱਚ ਕੇ ਕੋਲਾ ਬਣ ਜਾਂਦੀ। 20 ਵਾਰ ਕਿਹਾ ਰੋਟੀ ਤੱਤੀ ਲਿਆਇਆ ਕਰ। ਬੁੜਬੁੜ ਕਰਦਾ ਬਾਪੂ ਅੰਦਰ ਵੜ ਜਾਂਦਾ। ਮੱਚੀ ਹੋਈ ਰੋਟੀ ਵੱਲ ਦੇਖਦੀ ਬੇਬੇ ਆਪਣੀ ਹਰ ਵੇਲੇ ਧੁਖਦੀ ਜ਼ਿੰਦਗੀ ਬਾਰੇ ਸੋਚ ਹੰਝੂ ਕੇਰਦੀ। ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਨਾਲ ਘੁੱਟ ਕੇ ਸੌਣ ਦੀ ਕੋਸ਼ਿਸ਼ ਕਰਦੀ, ਪਰ ਮੈਂ ਸਾਰੀ ਉਮਰ ਉਹਦੀਆਂ ਅੱਖਾਂ ਵਿੱਚ ਚੈਨ ਦੀ ਨੀਂਦ ਨਹੀਂ ਸੀ ਦੇਖੀ। ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਪੈਸੇ ਭੇਜ ਕੇ ਬੇਬੇ ਦਾ ਆਪਰੇਸ਼ਨ ਕਰਵਾਉਣ ਲਈ ਆਖਿਆ ਸੀ। ਉਹ ਜਦੋਂ ਬੇਬੇ ਨੂੰ ਲੈਣ ਆਇਆ ਉਹਨੇ ਆਪਰੇਸ਼ਨ ਵਾਲੀ ਗੱਲ ਬਾਪੂ ਨੂੰ ਨਹੀਂ ਸੀ ਦੱਸੀ। ਲੈ ਜਾ ਭਾਈ, ਪੇਕੇ ਲੈਣ ਆਏ, ਮੈਂ ਕੌਣ ਹੁੰਦਾ ਰੋਕਣ ਵਾਲਾ। ਬੇਬੇ ਗੁਆਂਢਣ ਤਾਈ ਨੂੰ ਰੋਟੀ ਦਾ ਪੱਕਾ ਕਰਕੇ ਗਈ ਸੀ। ਆਪਰੇਸ਼ਨ ਮਗਰੋਂ ਜਦੋਂ ਬੇਬੇ ਪਿੰਡ ਆਈ, ਤਾਈ ਬਾਪੂ ਦੀ ਕਥਾ ਛੇੜ ਕੇ ਬੈਠ ਗਈ। ਭਾਈ, ਰੋਟੀ ਤਾਂ ਦਿੰਦੀ ਜੇ ਤੇਰਾ ਸਾਊ ਵੇਲੇ ਸਿਰ ਘਰ ਮੁੜਦਾ। 10-10 ਬੰਦੇ ਬਿਠਾ ਛੱਡਦਾ ਸੀ। ਮੈਂ ਤਾਂ ਪਹਿਲੇ ਦਿਨ ਹੀ ਡਿਉੜੀ ਤੋਂ ਮੁੜ ਗਈ ਸੀ। ਸ਼ਰਾਬੀ ਬੰਦੇ ਨਾਲ ਕਾਹਦਾ ਚੱਜ। ਤੇ ਬਾਪੂ ਆਪਣੇ ਸਾਰੇ ਚੱਜ ਭੁੱਲ ਗਿਆ ਸੀ। ਉਹ ਬੇਬੇ ਨਾਲ ਆਪਰੇਸ਼ਨ ਪਿੱਛੇ ਉਖੜਿਆ ਫਿਰਦਾ ਸੀ। ਜਗਤਾਰ ਸਿਉਂ ਸੋਹੀ ਨਾ ਹੈ ਮੇਰਾ, ਸਿਰ ਸੁਆਹ ਪਾ ਦਿੱਤੀ ਮੇਰੇ। ਮੈਥੋਂ ਲਾਜ ਨਾ ਹੁੰਦਾ ਤੇਰਾ। ਪੁੱਤ ਮੇਰਾ 2 ਹੀ ਹੱਥੀ ਨੋਟ ਇਕੱਠੇ ਕਰਦਾ। ਪਰ ਬਾਪੂ ਨੇ ਕਦੇ ਨਹੀਂ ਸੀ ਸੋਚਿਆ ਕਿ 2 ਹੱਥਾਂ ਨਾਲ ਨੋਟ ਕਿੱਦਾਂ ਇਕੱਠੇ ਹੁੰਦੇ ਨੇ। ਉਹਨੇ ਕਦੇ ਮੈਨੂੰ ਮੇਰਾ ਹਾਲ ਨਹੀਂ ਸੀ ਪੁੱਛਿਆ, ਹਮੇਸ਼ਾ ਕੰਮ ਕਰਦਾ ਪੁੱਛਦਾ। ਪਰ ਹੁਣ ਉਹੀ ਬਾਪੂ ਮੈਨੂੰ 3 ਦਿਨਾਂ ਵਿੱਚ 30 ਵਾਰ ਆਖ ਚੁੱਕਿਆ ਸੀ, ਭੋਲਿਆ ਹੁਣ ਨਹੀਂ ਜਾਣ ਦੇਣਾ ਮੈਂ ਤੈਨੂੰ। ਵਿਆਹ ਦੀ ਤੇਰੀ ਉਮਰ ਟੱਪਦੀ ਜਾਂਦੀ, ਤੇਰੇ ਹਾਣੀ 2-2 ਜਵਾਕ ਚੁੱਕੀ ਫਿਰਦੇ। ਬੇਬੇ ਨੇ ਵੀ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਕਹੀ ਸੀ ਇਹ ਗੱਲ। ਉਹ ਫੋਨ ਉੱਤੇ ਹੀ ਮਨ ਭਰ ਆਉਂਦੀ। ਮੈਂ ਤਾਂ ਜਿਵੇਂ ਸੁੱਖ ਲਿਖਾ ਕੇ ਹੀ ਨਹੀਂ ਆਈ। ਧੀ ਵਿਆਹ ਕੇ ਆਪਣੇ ਘਰ ਤੋਰਤੀ, ਪੁੱਤ ਪਰਦੇਸੀ ਰੁਲਦਾ ਫਿਰਦਾ। ਪਰਦੇਸੀ ਰੁਲਣ ਨੂੰ ਕਿਸ ਦਾ ਦਿਲ ਕਰਦਾ ਸੀ, ਪਰ ਮੇਰੀ ਤੇ ਬਾਪੂ ਦੀ ਬਣ ਨਾ ਆਉਂਦੀ। ਉਹਨੂੰ ਕਿਸੇ ਗੱਲ ਦੀ ਲੱਥੀ ਚੜੀ ਨਹੀਂ ਸੀ। ਨਿੱਤ ਦਾਰੂ ਪੀਂਦਾ ਤੇ ਪੀ ਕੇ ਗਾਲ ਬਿਨਾਂ ਗੱਲ ਨਾ ਕਰਦਾ। ਇਹਨਾਂ ਗੱਲਾਂ ਪਿੱਛੇ ਸਾਡੇ ਵਿੱਚ ਝਗੜਾ ਹੋ ਜਾਂਦਾ। ਇੱਕ ਵਾਰ ਬਾਪੂ ਘਰ ਛੱਡ ਕੇ ਮੋਟਰ ਤੇ ਜਾ ਬੈਠਾ। ਵਿਹੜੇ 'ਚ ਕਿਸੇ ਕੁੜੀ ਨੂੰ ਰੋਟੀ ਪਕਾਉਣ ਲਈ ਲਾ ਲਿਆ। ਉਹਦੀ ਸ਼ਰਮ ਹੋ ਚੁੱਕੀ ਸੀ। ਮਾਮਾ ਬਾਪੂ ਨੂੰ ਸਮਝਾਉਣ ਲਈ ਆਇਆ ਸੀ, ਭਾਈਆ ਇਉਂ ਠੀਕ ਨਹੀਂ ਲੱਗਦਾ। ਕੁੜਮਾਂ ਵਾਲਿਆਂ ਤੋਂ ਸੁੱਖ ਨਾਲ ਹੋਰ ਸਾਲ ਨੂੰ ਆਜੂ ਘਰੇ, ਟੱਬਰ ਤੋਂ ਪਾਸੇ। ਉਹ ਮੈਂ ਕਿਹੜਾ ਲੱਲੀ ਛੱਲੀਆਂ ਫੌਜੀਆ, ਜਦ ਟੱਬਰ ਕਦਰ ਹੀ ਨਾ ਕਰੇ ਦੁਨੀਆ ਪੀਂਦੀ ਖਾਂਦੀ ਨਹੀਂ। ਮਾਮੇ ਦੇ ਸਮਝਾਉਣ ਦਾ ਵੀ ਬਾਪੂ ਘਰ ਨਹੀਂ ਸੀ ਆਇਆ। ਲੋਕ ਘਰ ਆ ਕੇ ਦੱਸਦੇ ਤੇ ਕਹਿੰਦੇ ਜਗਤਾਰ ਸਿਉਂ ਕਹਿੰਦਾ ਮੈਂ ਜ਼ਮੀਨ ਦਾਨ ਕਰ ਦੇਣੀ ਗੁਰਦੁਆਰੇ ਨੂੰ। ਐਸੀਆਂ ਗੱਲਾਂ ਸੁਣ ਕੇ ਬੇਬੇ ਹੋਰ ਕਲਪਣ ਲੱਗਦੀ। ਫਿਰ ਇੱਕ ਦਿਨ ਬਿਸਤਰਾ ਚੁੱਕ ਕੇ ਬਾਪੂ ਖੁਦ ਹੀ ਘਰ ਆ ਗਿਆ। ਤੂੰ ਨਾ ਖਬੜਿਆ ਕਰ, ਕਰੀ ਜਾਣਦੇ ਜੋ ਕਰਦਾ। ਬੇਬੇ ਨੇ ਬਾਪੂ ਦੇ ਘਰ ਮੁੜ ਤੋਂ ਜਿਵੇਂ ਸੁੱਖ ਦਾ ਸਾਗ ਲਿਆ ਸੀ। ਬਾਪੂ ਮੇਰੇ ਨਾਲ ਘੁੱਟਿਆ ਰਹਿੰਦਾ, ਮੈਂ ਬਾਪੂ ਕੋਲੋਂ ਦੂਰ ਰਹਿੰਦਾ। ਜਦ ਜਵਾਕ ਨਾਲ ਬੋਲਣਾ ਹੀ ਨਹੀਂ ਸਿੱਧੇ ਮੂੰਹ। ਪਰ ਉਸ ਦਿਨ ਹਰਖੀ ਬੇਬੇ ਅੱਗਿਓਂ ਬੋਲ ਪਈ ਸੀ, ਤੂੰ ਤਾਂ ਕਰਾਤਾ ਸੀ ਇਲਾਜ, ਤੇਰੇ ਹੀ ਪੁੱਤ ਨੇ ਭੇਜੇ ਸੀ ਡਾਲਰ, ਤੇਰੀ ਸ਼ਾਨ ਨੂੰ ਫਰਕ ਨਾ ਪਾ ਕੇ ਆਈ ਕੋਈ ਪੇਕੇ। ਬਾਪੂ ਦੂਣਾ ਉਖੜ ਗਿਆ ਸੀ। ਸਾਲੇ ਚੋਰੀਆਂ ਕਮਾਉਂਦੇ ਮੈਥੋਂ। ਉਹ ਦਿਨ ਰਾਤ ਦਾਰੂ ਪੀ ਕੇ ਮੈਨੂੰ ਤੇ ਬੇਬੇ ਨੂੰ ਗਾਲਾਂ ਕੱਢਦਾ ਰਿਹਾ। ਪਰ ਉਹੀ ਬਾਪੂ ਹੁਣ ਦਿਨ
ਕਈ ਦਿਨਾਂ ਤੋਂ ਦਾਰੂ ਛੱਡੀ ਬੈਠਾ ਸੀ। ਰਾਤ ਨੂੰ ਉਹਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ। ਮੈਂ ਨੀਂਦ ਦੀ ਗੋਲੀ ਦੇਣੀ ਚਾਹੀ, ਪਰ ਬਾਪੂ ਨੇ ਇਨਕਾਰ ਕਰ ਦਿੱਤਾ। ਘੁੱਟ ਲਾ ਲੈ ਬਾਪੂ, ਨੀਂਦ ਆ ਜੂ। ਸਾਰੀ ਰਾਤ ਪਾਸੇ ਮਾਰਦਾ ਰਹਿੰਦਾ। ਨਾ ਭੋਲਿਆ, ਰੂਹ ਨਹੀਂ ਮੰਨਦੀ। ਬਾਪੂ ਦਾਰੂ ਲਈ ਵੀ ਨਹੀਂ ਸੀ ਮੰਨਿਆ। ਨੀਂਦ ਤਾਂ ਮੇਰੀ ਵੀ ਉਖੜੀ ਹੋਈ ਹੈ। ਮੈਂ ਬਾਪੂ ਲਈ ਰੋਟੀ ਪਵਾ ਕੇ ਲਿਆਇਆ। ਥਾਲੀ ਫੜਾ ਕੇ ਮੈਂ ਵੀ ਬਾਪੂ ਕੋਲ ਹੀ ਬੈਠ ਗਿਆ। ਬਾਪੂ ਵਿਚਾਰਾ ਜਿਹਾ ਬਣਿਆ ਰੋਟੀ ਖਾਂਦਾ ਰਿਹਾ। ਮੈਨੂੰ ਲੱਗਿਆ ਬਾਪੂ ਹੁਣੇ ਹੀ ਕੁਝ ਬੋਲੇਗਾ। ਹੱਥ ਟੁੱਟਦੇ ਸੇਕ ਲਾਉਂਦਿਆਂ ਕੱਚੀਆਂ ਮੰਨੀਆਂ ਮਾਰ ਦਿੱਤੀਆਂ ਮੱਥੇ। ਥਾਲੀ ਘੁੰਮਦੀ ਹੋਈ ਵਿਹੜੇ ਵਿੱਚ ਜਾ ਡਿੱਗਦੀ। ਬੇਬੇ ਰੋਟੀਆਂ ਇਕੱਠੀਆਂ ਕਰਕੇ ਖੁਰਲੀ ਵਿੱਚ ਸੁੱਟ ਦਿੰਦੀ ਤੇ ਨਵੀਆਂ ਪਕਾਉਣ ਲਈ ਫਿਰ ਬੈਠ ਜਾਂਦੀ। ਕਈ ਵਾਰ ਬਾਪੂ ਦੂਜੇ ਪਾਸਿਓਂ ਕਲੇਸ਼ ਪਾ ਲੈਂਦਾ। ਇਹ ਤਾਂ ਮੁੱਢ ਤੋਂ ਹੀ ਐਸਾ ਹੈ। ਮੈਂ ਤਾਂ ਭੇਤ ਪਾ ਲਿਆ, ਤੂੰ ਐਵੇਂ ਨਾ ਹਰਖੀ ਜਾਇਆ ਕਰ। ਮੈਂ ਕੁਝ ਬੋਲਦਾ ਤਾਂ ਬੇਬੇ ਮੈਨੂੰ ਚੁੱਪ ਕਰਾ ਦਿੰਦੀ। ਤੂੰ ਕਿਵੇਂ ਕੱਟੀ ਗਈ ਇਹਦੇ ਨਾਲ? ਮੈਂ ਬੇਬੇ ਨਾਲ ਸਿਰੜ ਦੇਖ ਕੇ ਹੈਰਾਨ ਤੇ ਹੁੰਦਾ। ਬਾਪੂ ਜੋ ਮਰਜ਼ੀ ਕਰਦਾ, ਬੇਬੇ ਮੱਥੇ ਵੱਟ ਨਾ ਪਾਉਂਦੀ। ਬਾਪੂ ਹਰ ਵੇਲੇ ਉਹਨੂੰ ਜ਼ਲੀਲ ਕਰਦਾ, ਪਰ ਉਹ ਹਰ ਗੱਲ ਢਿੱਡ ਵਿੱਚ ਪਾ ਲੈਂਦੀ। ਪਰ ਅੱਜ ਤਾਂ ਜਿਵੇਂ ਬਾਪੂ ਸਿਰਫ ਢਿੱਡ ਭਰ ਰਿਹਾ ਸੀ। ਉਹਨੇ ਰੋਟੀਆਂ ਜਿਵੇਂ ਅੰਦਰ ਸੁੱਟਣ ਦੀ ਕੀਤੀ ਤੇ ਉੱਠ ਕੇ ਬਾਹਰ ਨੂੰ ਤੁਰ ਗਿਆ। ਇਸੇ ਤਰ੍ਹਾਂ ਹੀ ਚੁੱਪਚਾਪ ਉਹ ਇੱਕ ਵਾਰ ਘਰ ਤੋਂ ਤੁਰ ਗਿਆ ਸੀ, ਭੈਣ ਦੇ ਵਿਆਹ ਤੋਂ ਬਾਅਦ। ਬੇਬੇ ਸਾਰਾ ਦਿਨ ਉਡੀਕਦੀ ਰਹੀ। ਉਡੀਕ ਵਿੱਚ ਬੈਠੀ ਨੇ ਉਹਨੇ ਖੁਦ ਵੀ ਰੋਟੀ ਨਾ ਖਾਧੀ। ਮੈਂ ਸ਼ਾਮੀ ਕਾਲਜ ਤੋਂ ਮੁੜਿਆ। ਬੇਬੇ ਨੇ ਮੈਨੂੰ ਬਾਪੂ ਨੂੰ ਲੱਭਣ ਲਈ ਤੋਰ ਦਿੱਤਾ। ਮੈਂ ਬਾਪੂ ਨੂੰ ਹਰ ਥਾਂ ਲੱਭਿਆ, ਪਰ ਉਹ ਕਿਤੇ ਨਾਲ ਮਿਲਿਆ। ਮੈਂ ਥੱਕ ਹਾਰ ਕੇ ਘਰ ਮੁੜ ਆਇਆ। ਬੇਬੇ ਨੇ ਰੋਟੀ ਪਕਾਈ, ਪਰ ਖੁਦ ਚੱਜ ਨਾਲ ਖਾ ਨਾ ਸਕੀ। ਮੈਂ ਬੇਬੇ ਵੱਲ ਦੇਖ ਦੇਖ ਹੈਰਾਨ ਹੋਈ ਜਾਂਦਾ ਸੀ। ਖਬਰੇ ਕਿੱਥੇ ਹੋਣਾ ਡੁੱਬੜਾ, ਸਵੇਰੇ ਚਾਹ ਪੀਂਦਾ ਹੀ ਤੁਰ ਗਿਆ ਸੀ। ਬੁਰਕੀ ਮੂੰਹ ਵਿੱਚ ਪਾਉਂਦੇ ਬੇਬੇ ਬੁਸਕੀ ਜਾਂਦੀ। ਬੇਬੇ, ਰੋਟੀ ਖਾ ਕੇ ਪੈ ਜਾ। ਕਿਉਂ ਕਲਪੀ ਜਾਂਦੀ ਹੈ? ਸਾਰੀ ਉਮਰ ਤੇਰੀ ਕੁੱਟ ਖਾਂਦੀ ਦੀ ਲੰਘ ਗਈ, ਹੁਣ ਤੈਨੂੰ ਫਿਕਰ ਪੈ ਗਿਆ। ਮੈਂ ਬੇਬੇ ਨੂੰ ਭੱਜ ਕੇ ਪੈ ਗਿਆ। ਬੇਬੇ ਹੋਰ ਫਿਸ ਗਈ। ਫਿਕਰ ਨਾ ਕਰ। ਕਿਵੇਂ ਨਾ ਫਿਕਰ ਕਰਾਂ? ਬੰਨ ਹੈ ਘਰ ਦਾ, ਨਾ ਗੁੱਸੇ ਨਾ ਰਾਜੀ। ਫਿਰ ਕਾਹਤੋਂ ਤੁਰ ਗਿਆ? ਅਗਲੇ ਦਿਨ ਵੱਡੇ ਤਾਈ ਨੇ ਦੱਸਿਆ, ਬਾਬੇ ਰੰਗੀ ਰਾਮ ਦੇ ਡੇਰੇ ਬੈਠਾ ਸੀ। ਕੁੜੀ ਵਿਆਹ ਕੇ ਆਪਦੇ ਘਰ ਭੇਜ ਦਿੱਤੀ, ਕਬੀਲਦਾਰੀ ਨਜਿੱਠਦੀ, ਸੰਸਾਰ ਤਿਆਗ ਦਿੱਤਾ ਮੈਂ ਤਾਂ। ਸਾਡੇ ਮਨਾਉਣ ਗਿਆ ਤੋਂ ਬਾਪੂ ਅੱਗਿਓਂ ਇਹ ਗੱਲਾਂ ਕਰਨ ਲੱਗਾ। ਤਾਈ ਨੇ ਬਹੁਤ ਕਿਹਾ, ਪਰ ਬਾਪੂ ਨਹੀਂ ਸੀ ਮੰਨਿਆ। ਬੇਬੇ 2 ਦਿਨ ਉਖੜੀ ਰਹੀ। ਆਂਢ ਗੁਆਂਢ ਦੀਆਂ ਕਈ ਤੀਵੀਆਂ ਆਉਂਦੀਆਂ, ਬੇਬੇ ਬੁਸਕਣ ਲੱਗਦੀ। ਖਬਰੇ ਕੀ ਆਈ ਮਨ 'ਚ? ਸਾਧ ਦੇ ਡੇਰੇ ਜਾ ਬੈਠਾ। ਨਾ ਕੋਈ ਦੁੱਖ ਦੱਸੇ ਨਾ ਬਾਤ। ਤੇ ਦੂਜੇ ਚੌਥੇ ਦਿਨ ਬਾਪੂ ਦੇ ਮਨ ਵਿੱਚ ਪਤਾ ਨਹੀਂ ਕੀ ਆਈ, ਪਿਛਲੇ ਪੈਰ ਨੂੰ ਘਰ ਮੁੜ ਆਇਆ। ਬੇਬੇ ਨੇ ਚਾਹ ਪਾਣੀ ਦਾ ਪੁੱਛਿਆ, ਪਰ ਉਹ ਕੁਝ ਨਾ ਬੋਲਿਆ। ਬਾਰੀ 'ਚੋਂ ਬੋਤਲ ਕੱਢ ਕੇ ਮੇਜ਼ 'ਤੇ ਰੱਖ ਲਈ। ਉਹ ਦਿਨ ਰਾਤ ਸ਼ਰਾਬ ਪੀਂਦਾ ਰਿਹਾ। ਮੈਂ ਬਾਪੂ ਦੇ ਉਸ ਰੂਪ ਤੋਂ ਹੈਰਾਨ ਹੁੰਦਾ ਰਹਿੰਦਾ, ਜਿਵੇਂ ਹੁਣ ਬਾਪੂ ਦੇ ਇਸ ਰੂਪ ਤੋਂ ਹੈਰਾਨ ਹਾਂ। ਮੈਨੂੰ ਮੇਰੇ ਅੰਗਰੇਜ਼ ਦੋਸਤ ਜਾਰਜ ਦੀ ਆਖੀ ਗੱਲ ਯਾਦ ਆਉਂਦੀ। ਹਿਊਮਨ ਸਾਈਕੀ ਨੂੰ ਸਮਝਣਾ ਬਹੁਤ ਔਖਾ ਹੈ। ਬੰਦਾ ਇੱਕੋ ਵੇਲੇ ਕਈ ਤਰ੍ਹਾਂ ਦਾ ਬਿਹੇਵ ਕਰਦਾ ਹੈ। 3-4 ਦਿਨਾਂ ਬਾਅਦ ਬਾਪੂ ਫੇਰ ਚੰਗਾ ਭਲਾ ਹੋ ਗਿਆ। ਇੱਕ ਸ਼ਾਮ ਪੈਗ ਲਾਉਂਦਾ ਉੱਠ ਕੇ ਬਾਹਰ ਨੂੰ ਤੁਰ ਗਿਆ। ਸਿਆਲੀ ਰੁੱਤ ਸੀ। ਮੁੜਦਾ ਹੋਇਆ ਹੱਟੀਓਂ ਮੂੰਗਫਲੀ ਰਿਓੜੀਆਂ ਚੱਕ ਲਿਆਇਆ। ਰੋਟੀ ਖਾ ਕੇ ਮੇਰੇ ਤੇ ਬੇਬੇ ਕੋਲ ਆਣ ਬੈਠਾ। ਖਾ ਲਓ ਭਾਈ, ਰੁੱਤ ਰੁੱਤ ਦਾ ਮੇਵਾ। ਮੇਰੀ ਸੰਭਾਲ ਵਿੱਚ ਬਾਪੂ ਪਹਿਲੀ ਵਾਰ ਇਉਂ ਜੀਆਂ ਵਿੱਚ ਬੈਠਿਆ ਸੀ। ਭੋਲਿਆ, ਬਾਹਰ ਨਾ ਭੇਜਦੀ ਹੈ ਤੈਨੂੰ? ਇੱਥੇ ਕਿਹੜਾ ਰੱਖਿਆ ਕੁਝ? ਕੀ ਕਹਿੰਦਾ? ਕੀ ਪਤਾ ਮੈਂ ਤੇ ਮਾਂ ਤੇਰੀ ਵੀ ਵੇਖ ਆਈਏ ਕਿਤੇ ਅੰਗਰੇਜ਼ਣਾ। ਉਹ ਗੱਲ ਕਰਕੇ ਖੁਦ ਹੀ ਹੱਸਦਾ ਰਿਹਾ। ਮੈਂ ਸੋਚਿਆ ਦਾਰੂ ਪੀ ਕੇ ਕੀਤੀਆਂ ਗੱਲਾਂ ਬਾਪੂ ਨੂੰ ਸਵੇਰੇ ਨੂੰ ਭੁੱਲ ਭੁਲਾ ਜਾਣੀਆਂ, ਪਰ ਉਹ ਤਾਂ ਏਜੰਟ ਨਾਲ ਪੱਕੀਆਂ ਪਕਾਉਣ ਲੱਗਿਆ ਸੀ। ਮੈਂ MA ਦੇ ਦੂਜੇ ਸਾਲ 'ਚ ਸੀ, ਪਰ MA ਪੂਰੀ ਨਾ ਹੋਈ। ਮੇਰਾ ਵੀਜ਼ਾ ਆ ਗਿਆ। ਨਾ ਮੈਂ ਖੁਸ਼ ਸੀ ਨਾ ਬੇਬੇ, ਪਰ ਬਾਪੂ ਕੋਲੋਂ ਚਾਹ ਨਹੀਂ ਸਾਂਭਿਆ ਜਾਂਦਾ। ਮੈਂ ਬਾਹਰੋਂ ਫੋਨ ਕਰਦਾ। ਬੇਬੇ ਜਿਵੇਂ ਬਹੁਤ ਡੂੰਘੀ ਥਾਂ ਤੋਂ ਬੋਲਦੀ, ਘਰ ਹੀ ਖਾਲੀ ਹੋ ਗਿਆ।
ਕੰਧਾਂ ਵੱਲ ਵੇਖਦੀ ਰਹਿੰਦੀ ਸਾਰਾ ਦਿਨ। ਪਿਓ ਤੇਰੇ ਦਾ ਤਾਂ ਪਤਾ ਹੀ ਹੈ ਤੈਨੂੰ। ਬਾਪੂ ਜਿਵੇਂ ਹੋਰ ਆਜ਼ਾਦ ਹੋ ਗਿਆ ਸੀ। ਜੀਆਂ ਨਾਲ ਹੀ ਰੌਣਕਾਂ। ਤੇਰਾ ਵਿਆਹ ਹੋਇਆ ਹੁੰਦਾ ਤਾਂ ਵਿਹੜਾ ਭਰਿਆ ਹੁੰਦਾ। ਕੁੜੀ ਕਿਹੜਾ ਬਹਿ ਜਾਣਾ, ਉਹਦਾ ਵੀ ਟੱਬਰ ਟੇਹਰ ਹੈ। ਹੱਦ ਭੋਗ ਤੀਕ ਰੁਕ ਜਾ। ਰੌਣਕ ਤਾਂ ਨਾਲ ਹੀ ਲੈ ਗਈ ਤੇਰੇ ਬੇਬੇ। ਬਾਹਰੋਂ ਵਾਪਸ ਆ ਕੇ ਬਾਪੂ ਫੇਰ ਮਨ ਭਰ ਆਇਆ। ਜਦ ਬੇਬੇ ਢਿੱਲੀ ਸੀ, ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਬਾਪੂ? 3 ਦਿਨਾਂ ਤੋਂ ਮੈਂ ਬਾਪੂ ਨਾਲ ਬੇਬੇ ਬਾਰੇ ਕੋਈ ਗੱਲ ਨਹੀਂ ਸੀ ਕੀਤੀ। ਪੁੱਤ ਸੋਚਿਆ ਪਰਦੇਸ ਦਾ ਕੰਮ ਹੈ, ਢਿੱਲ ਮੱਠ ਤਾਂ ਹੋ ਹੀ ਜਾਂਦੀ। ਕੀ ਪਤਾ ਸੀ ਤੂੰ ਮੁੱਕੀ ਤੋਂ ਪਹੁੰਚਣਾ। ਮੇਰੀਆਂ ਅੱਖਾਂ ਅੱਗੇ ਬੇਬੇ ਆ ਗਈ। ਜਦ ਮੈਂ ਘਰ ਪਹੁੰਚਿਆ, ਸੰਸਕਾਰ ਦੀ ਤਿਆਰੀ ਹੋ ਰਹੀ ਸੀ। 2 ਦਿਨ ਤਾਂ ਹੋ ਗਏ ਪੁੱਤ ਰਾਹ ਵੇਖਦਿਆਂ। ਕੋਈ ਜਣਾ ਮੈਨੂੰ ਵਰਾਉਣ ਲੱਗਿਆ ਸੀ। ਮੈਂ ਚਿਤਾ ਨੂੰ ਲਾਂਬੂ ਲਾਇਆ। ਸਭ ਤੋਂ ਉੱਚੀ ਭੂਬ ਬਾਪੂ ਨੇ ਮਾਰੀ। ਉਹ ਨਿਆਣਿਆਂ ਵਾਂਗ ਰੋਂਦਾ ਰਿਹਾ। ਤੇਰਾ ਬਿਨਾ ਮੇਰਾ ਕੌਣ ਹੈ ਬਚਨ ਕੁਰੇ। ਬਾਪੂ ਨੂੰ ਰੋਂਦਿਆਂ ਦੇਖ ਕੇ ਮੇਰਾ ਮਨ ਵੀ ਬੇਕਾਬੂ ਹੋ ਗਿਆ। ਮੜੀਆਂ ਤੋਂ ਘਰ ਤੀਕ ਆਉਂਦੇ ਮੇਰੇ ਪੈਰ ਮਨਾ ਮੂੰਹੀ ਭਾਰੀ ਹੋ ਗਏ। ਕਦੇ ਮੇਰੇ ਸਾਹਮਣੇ ਤਾਹਾਂ ਮਾਰਦਾ ਬਾਪੂ ਆ ਜਾਂਦਾ, ਕਦੇ ਬੇਬੇ, ਕਦੇ ਸੁਰਤ ਸੰਭਲੀ ਤੋਂ ਲੈ ਕੇ ਹੁਣ ਤੱਕ ਘਰ ਵਿੱਚ ਚੱਲਦੇ ਰਹਿੰਦੇ ਯੁੱਧ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਚੱਲਣ ਲੱਗਦੀ। ਪਰ ਬਾਪੂ ਦਾ ਇਹ ਰੂਪ ਮੈਨੂੰ ਹੈਰਾਨ ਕਰੀ ਜਾਂਦਾ। ਬੰਦੇ ਦੇ ਕਿੰਨੇ ਹੀ ਰੂਪ ਹੁੰਦੇ ਨੇ, ਮੈਂ ਮਨ ਵਿੱਚ ਸੋਚਦਾ। ਕੀ ਸੋਚੀ ਜਾਂਦਾ ਭੋਲਿਆ? ਜਾ ਕੇ ਪੈ ਜਾ। ਹੁਣ ਲਿਖਤਾਂ ਨੂੰ ਕੌਣ ਮੋੜੇ? ਘਰ ਤਾਂ ਜੀ ਜੰਤ ਨਾਲ ਹੀ ਸੌਂਦੇ ਨੇ। ਤੀਵੀਂ ਬਿਨਾਂ ਕਾਹਦਾ ਘਰ? ਆਖ ਕੇ ਬਾਪੂ ਵਾਹਿਗੁਰੂ ਵਾਹਿਗੁਰੂ ਕਰਨ ਲੱਗਿਆ। ਇਹ ਸੀ ਕਹਾਣੀ ਘਰ। ਫੇਰ ਆਵਾਂਗੀ ਤੁਹਾਡੇ ਸਾਹਮਣੇ ਇੱਕ ਨਵੀਂ ਕਹਾਣੀ ਲੈ ਕੇ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਆਪਣੇ ਪਰਿਵਾਰ ਨੂੰ ਆਪਣਾ ਸਮੇਂ ਦਿਓ, ਟਾਈਮ ਦਿਓ ਔਰ ਪਿਆਰ ਨਾਲ ਰਹੋ। ਸਤਿ ਸ਼੍ਰੀ ਅਕਾਲ। ਰੱਬ ਰਾਖਾ।